ਖਬਰ ਲੈਣੇ ਲੁਧਿਆਣਾ ਤੋਂ, ਜਿੱਥੇ ਹਲਕਾ ਪੂਰਬੀ ਦੇ ਵਾਰਡ ਨੰਬਰ 9 ਤੋਂ ਭਾਜਪਾ ਆਗੂ ਸੁਨੀਲ ਵਰਮਾ ਵੱਲੋਂ ਸ਼ਕਤੀ ਨਗਰ ਵਿਖੇ ਦਫ਼ਤਰ ਖੋਲ੍ਹਿਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਪੂਰਬੀ ਇੰਚਾਰਜ ਅਤੇ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਆਪਣੇ ਸੰਬੋਧਨ ਦੌਰਾਨ ਸ਼ਰਮਾ ਨੇ ਕਿਹਾ ਕਿ ਇਸ ਦਫ਼ਤਰ ਦੇ ਖੁੱਲਣ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਆਪਣੇ ਦਫ਼ਤਰੀ ਕੰਮ ਕਰਵਾਉਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਇਲਾਕਾ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਇਸ ਮੌਕੇ ਤੇ ਗੱਲਬਾਤ ਕਰਦਿਆਂ ਸੁਨੀਲ ਵਰਮਾ ਅਤੇ ਕੁੰਵਰ ਰੰਜਨ ਸਿੰਘ ਨੇ ਕਿਹਾ ਕਿ ਉਹ ਇਲਾਕੇ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਹਾਜ਼ਰ ਹੋਏ ਨੇ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ, ਆਓ ਮਾਰਦੇ ਆ ਪੂਰੀ ਖਬਰ ਤੇ ਨਜ਼ਰ। ਸ਼ਰਮਾ ਜੀ, ਅੱਜ ਜੋ ਉਦਘਾਟਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿਓ। ਇਹ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਕਿਉਂਕਿ ਲੋਕਾਂ ਨੂੰ ਅਸੀਂ ਇਹ ਫੈਸਿਲਿਟੀ ਦੇਣ ਲਈ ਦਫ਼ਤਰ ਖੋਲ੍ਹ ਰਹੇ ਹਾਂ ਵੀ ਘਰ ਘਰ ਮੇਂ ਬੀਜੇਪੀ ਦਾ ਜਿਹੜਾ ਮੰਤਵ ਹੈ ਉਹਦੇ ਮੰਤਵ 'ਚ ਅਸੀਂ ਆਫਿਸ ਖੋਲ੍ਹੇ ਹੈ ਵੀ ਹਰ ਵਾਰਡ ਦੇ ਵਿੱਚ ਇੱਕ ਆਫਿਸ ਹੋਵੇ ਜਿੱਥੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾ ਸਕਣ। ਕੋਈ ਮੁਸ਼ਕਿਲ ਆ ਉਹਦਾ ਦੱਸ ਕੇ ਉਹਦਾ ਮਸਲਾ ਹੱਲ ਕਰ ਸਕੀਏ। ਲੋਕਾਂ ਦੀ ਸੇਵਾ ਕਰਕੇ ਹੀ ਅਸੀਂ ਇਹ ਜਿਹੜੇ ਦਫ਼ਤਰ ਹੈ ਉਹਦੀ ਲੜੀ ਦੇ ਵਿੱਚ ਇਹ ਦਫ਼ਤਰ ਖੋਲ੍ਹੇ ਹੈ। ਬੀਜੇਪੀ ਵੱਲੋਂ ਪਿਛਲੇ ਦਿਨੀ ਕੁਝ ਨਿਯੁਕਤੀਆਂ ਕੀਤੀਆਂ ਗਈਆਂ, ਪਾਰਟੀ ਦੇ ਵਿੱਚ ਕੁਝ ਲੋਕ ਸ਼ਾਮਲ ਹੋਏ। ਅਗਲੇ ਦਿਨ ਹੀ ਇੱਕ ਪੋਸਟ ਪਾਈ ਜਾਂਦੀ ਹੈ ਕਿ 4 ਮੈਂਬਰ ਕਮੇਟੀ ਜਿਹੜੀ ਹੈ ਉਹ ਨਿਯੁਕਤੀ ਕਰੇਗੀ ਤੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਆਪਣੇ ਆਪ ਦਾ ਅਹੁਦਾ ਮੰਨਿਆ ਜਾਏਗਾ। ਦੇਖੋ, ਜਿਹੜੀ ਭਾਰਤੀ ਜਨਤਾ ਪਾਰਟੀ ਦਾ ਇੱਕ ਮਿਸ ਕਾਲ ਸਿਸਟਮ ਚੱਲਿਆ ਹੋਇਆ ਹੈ ਵੀ ਮਿਸ ਕਾਲ ਮਾਰੋ, ਮੈਂਬਰਸ਼ਿਪ ਲਾਓ। ਉਹਦੇ ਤਾਂ 4 ਮੈਂਬਰੀ ਕਮੇਟੀ ਤੇ ਕੋਈ ਨਹੀਂ 4 ਮੈਂਬਰੀ ਹੋਵੇ, 2 ਮੈਂਬਰੀ ਹੋਵੇ, 1 ਮੈਂਬਰੀ ਹੋਵੇ। ਮਿਸ ਕਾਲ ਦੇ ਉੱਤੇ ਮੋਦੀ ਸਾਹਿਬ ਤੇ ਯੋਗੀ ਜੀ ਨੇ ਇੱਕੋ ਗੱਲ ਕਹੀ ਹੈ, ਮੋਦੀ ਜੀ ਨੇ ਜਾਂ ਉਹਨਾਂ ਦੀ ਸਾਰੀ ਟੀਮ ਨੇ ਵੀ ਮਿਸ ਕਾਲ ਮਾਰੋ ਤੇ ਮੈਂਬਰ ਬਣੋ। ਠੀਕ ਹੈ ਨਹੀਂ ਜੀ, ਉਸ ਤੱਕ ਕੋਈ ਕਮੇਟੀ ਹੈ ਹੀ ਨਹੀਂ। ਫਿਰ ਕੀ ਕਾਰਨ ਹੈ ਜੀ? ਚਲੋ ਇਹ ਅਗਲੇ ਦੀ ਸ਼ਰਧਾ, ਅਗਲੇ ਦੀ ਇੱਛਾ ਹੈ, ਆਪਾਂ ਉਹਦੇ ਨਹੀਂ ਕਹਿ ਸਕਦੇ। ਅਸੀਂ ਤਾਂ ਬੀਜੇਪੀ ਦਾ ਜਿਹੜਾ ਪਰਿਵਾਰ ਹੈ, ਜੋ ਮੋਦੀ ਸਾਹਿਬ ਦਾ ਜਾਂ ਅਮਿਤ ਸ਼ਾਹ ਜੀ ਦਾ ਸੁਪਨਾ ਹੈ, ਉਹ ਸਾਕਾਰ ਕਰਨ ਦੇ ਲਈ ਅਸੀਂ ਘਰ ਘਰ ਜਾ ਕੇ ਬੀਜੇਪੀ ਨੂੰ ਇਕੱਠੇ ਕਰਨਾ ਹੈ ਔਰ ਬੀਜੇਪੀ ਦਾ ਪਰਿਵਾਰ ਐਡਾ ਕੁ ਵੱਡਾ ਕਰ ਦੇਣਾ ਹੈ ਵੀ ਇਹਦਾ ਕੋਈ ਤੋੜ ਨਾ ਪੈਦਾ ਹੋ ਸਕੇ। ਵਾਰਡ ਨੰਬਰ ਦੇ 9 ਦੇ ਲੋਕ ਅੱਜ ਤੋਂ ਸੁਨੀਲ ਵਰਮਾ ਜੀ ਨੂੰ ਇੱਕ ਸੰਭਾਵੀ ਉਮੀਦਵਾਰ ਦੇ ਤੌਰ ਤੇ ਮੰਨ ਸਕਦੇ? ਇਹ ਨਹੀਂ ਕਿਹਾ ਜਾ ਸਕਦਾ। ਦੇਖੋ, ਟਿਕਟ ਟਾਈਮ ਤੇ ਪਤਾ ਲੱਗਦਾ ਕਿਹਨੂੰ ਮਿਲਣੀ ਕਿਹਨੂੰ ਨਹੀਂ ਮਿਲਣੀ। ਇਹ ਜ਼ਰੂਰੀ ਨਹੀਂ ਵੀ ਸੁਨੀਲ ਸ਼ਰਮਾ ਇਲੈਕਸ਼ਨ ਲੜਨਗੇ, ਕੋਈ ਵੀ ਲੜੇ। ਸੁਨੀਲ ਸ਼ਰਮਾ ਇੱਕ ਕਾਰਿਆਕਰਤਾ ਹੈ। ਟਿਕਟ ਦੇਣੀ ਪਾਰਟੀ ਨੇ, ਟਿਕਟ ਦੇਣੀ ਹੈ ਪਾਰਟੀ ਨੇ ਵੀ ਇਸ ਕਰਕੇ ਵੀ ਪਾਰਟੀ ਦੇ ਜਿਹਨੂੰ ਟਿਕਟ ਦੇਣੀ ਹੈ ਉਹਦੀ ਸੁਨੀਲ ਵਰਮਾ ਮਦਦ ਕਰੇਗਾ, ਅਸੀਂ ਵੀ ਉਹਦੀ ਮਦਦ ਕਰਾਂਗੇ। ਕੀ ਮੈਸੇਜ ਹੈ ਸ਼ਰਮਾ ਜੀ ਤੁਹਾਡਾ? ਮੇਰਾ ਤਾਂ ਮੈਸੇਜ ਇਹ ਹੈ ਪਬਲਿਕ ਲਈ ਵੀ ਜਿਹੜਾ ਇਹਨਾਂ ਲੋਕਾਂ ਨੇ ਗੁੰਮਰਾਹ ਕਰਕੇ, ਲੋਕਾਂ ਨੂੰ ਪਾਗਲ ਕਰਕੇ ਬਦਲਾਅ ਦੀ ਨੀਤੀ ਲਿਆਂਦੀ ਸੀਗੀ, ਆਹ ਬਦਲਾਅ ਤੁਹਾਡੇ ਸਾਹਮਣੇ ਹੈ। 1000 ਰੁਪਇਆ ਲੇਡੀਜ਼ ਨੂੰ ਨਹੀਂ ਦਿੱਤਾ ਗਿਆ ਤੇ ਉਹਦੇ ਬਾਅਦ ਜਿੰਨੇ ਵੀ ਤੁਸੀਂ ਕ੍ਰਾਈਮ ਹੈ ਕਿੱਥੇ ਪਹੁੰਚ ਗਿਆ। ਰੇਤਾ ਦੇਖ ਲਓ, 5.5 ਰੁਪਏ ਵਾਲਾ ਕਿੱਥੇ ਪਹੁੰਚ ਗਿਆ। ਤੁਸੀਂ ਹਾਲਾਤ ਦੇਖੋ, 25,000 ਕਰੋੜ ਦਾ ਲੋਨ ਲੈ ਕੇ ਬਿਜਲੀ ਫ੍ਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਚੋਣਾਂ 'ਚ ਬੀਜੇਪੀ ਇਕੱਲੇ ਚੋਣ ਮੈਦਾਨ 'ਚ ਆਏਗੀ? 100% ਇਕੱਲੇ ਲੜੇਗੀ ਜੀ। ਕੋਈ ਗੱਠਜੋੜ ਦੀ ਆਸ? ਕੋਈ ਗੱਠਜੋੜ ਨਹੀਂ, ਕੋਈ ਕੁਛ ਨਹੀਂ। ਸਾਡੇ ਕੋਲ ਇੱਕ ਵਾਰ 'ਚ 10 12 ਕੈਂਡੀਡੇਟ ਹੈ। ਬਹੁਤ ਬਹੁਤ ਧੰਨਵਾਦ। ਹਾਂਜੀ ਵਰਮਾ ਜੀ, ਅੱਜ ਆਫਿਸ ਖੋਲ੍ਹਿਆ ਗਿਆ, ਇਸ ਸੰਬੰਧੀ ਜੋ ਅੱਜ ਆਫਿਸ ਖੋਲ੍ਹਿਆ ਤੁਸੀਂ, ਇਸ ਸੰਬੰਧੀ ਇਲਾਕਾ ਵਾਸੀਆਂ ਨੂੰ ਕੀ ਮੈਸੇਜ ਹੈ, ਸੰਦੇਸ਼ ਕੀ ਦਿਓ? ਸਾਡਾ ਸੰਦੇਸ਼ ਸਿਰਫ ਇੱਕੋ ਹੀ ਹੈ ਕਿ ਵੀ ਇਹ ਜਿਹੜਾ ਆਫਿਸ ਖੋਲ੍ਹਿਆ ਗਿਆ ਹੈ, ਇਹ ਸਾਰੀ ਸਾਰਾ ਸਮਾਜ ਦਾ ਜਿਹੜੇ ਇੱਕ ਕੰਮ ਹੈ। ਹਰ ਜਾਤੀ ਵਰਗ, ਇੱਥੇ ਕਿਸੇ ਤਰ੍ਹਾਂ ਦੀ ਕੋਈ ਜਾਤੀ ਵਰਗ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਸਾਰਿਆਂ ਦੇ ਵਿੱਚੋਂ ਸਮਾਜ ਦੇ ਰਿਲੇਟਡ ਜਿਹੜਾ ਕੋਈ ਵੀ ਕੰਮ ਹੈਗਾ ਉਹ ਕੀਤਾ ਜਾਊਗਾ। ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਅੱਜ ਆਪਾਂ ਆਫਿਸ ਖੋਲ੍ਹਿਆ ਹੈ, ਇਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਸਤਾਰ ਲਈ ਖੋਲ੍ਹਿਆ ਗਿਆ ਹੈ। ਵਾਰਡ ਦੇ ਅੰਦਰ ਕਈ ਜਿਸ ਤਰ੍ਹਾਂ ਕਿ ਕੂੜੇ ਦੀ ਸਮੱਸਿਆ ਬਹੁਤ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਡਾਇੰਗਾਂ ਦੀ ਜਿਹੜੀ ਮਤਲਬ ਕਿ ਕਾਲਸ ਆਉਂਦੀ ਹੈ, ਉਹ ਬੜੀ ਲੰਬੀ ਸਮੱਸਿਆ ਚੱਲੀ ਆ ਰਹੀ। ਇਲਾਕੇ ਦੇ ਲੋਕਾਂ ਨੇ ਕਈ ਵਾਰ ਆਵਾਜ਼ ਚੁੱਕੀ ਪਰ ਸਮੱਸਿਆ ਹੱਲ ਨਹੀਂ ਹੋਈ। ਪਿਛਲੇ 25 ਸਾਲਾਂ ਤੋਂ ਜਿਹੜੀ ਡਾਇੰਗਾਂ ਦੀ ਸਮੱਸਿਆ ਦੇ ਉੱਤੇ ਜਿਹੜੀ ਰਾਖ ਦੀ ਸਮੱਸਿਆ ਸੀਗੀ, ਉਹ ਰਾਖ ਦੀ ਸਮੱਸਿਆ ਦੇ ਉੱਤੇ ਅਸੀਂ ਪਿਛਲੇ 2 ਮਹੀਨੇ ਤੋਂ ਵਰਕ ਕਰ ਰਹੇ ਹਾਂ ਤੇ 2 ਮਹੀਨੇ ਦੇ ਵਿੱਚ ਅਸੀਂ ਇਸ ਚੀਜ਼ ਨੂੰ ਕਸਮ ਖਾ ਕੇ ਘਰੋਂ ਨਿਕਲੇ ਹਾਂ ਕਿ ਬਈ ਅਸੀਂ ਇਸ ਪ੍ਰੋਬਲਮ ਨੂੰ ਪਰਮਾਨੈਂਟ ਸੋਲੂਸ਼ਨਸ ਕਰਕੇ ਰਵਾਂਗੇ। ਹਾਲਾਂਕਿ ਇਹਦੇ ਉੱਤੇ ਪਹਿਲੇ ਸਾਡੇ ਕਾਉਂਸਲਰ MLA ਨੇ ਕੰਮ ਨਹੀਂ ਕੀਤਾ ਹੈ, ਲੇਕਿਨ ਉਹਨਾਂ ਨੇ ਕੋਈ ਵੀ ਜਿਹੜਾ ਕੰਮ ਕੀਤਾ ਹੈ, ਕੋਈ ਵੀ ਡਾਕੂਮੈਂਟਰੀ ਕੰਮ ਨਹੀਂ ਕੀਤਾ। ਸਿਰਫ ਇੱਕ ਫੋਰੀ ਕੇ 10 ਬੰਦੇ ਗਏ, ਉਹ ਸਾਡੇ ਮਹੱਲੇ ਦੇ ਪ੍ਰਧਾਨ ਵੀ ਜਾਂਦੇ ਸੀਗੇ, 10-15 ਇਕੱਠੇ ਹੋਏ ਤੇ ਉੱਥੇ ਚਲੇ ਗਏ। ਉਹ ਡਾਇੰਗ ਵਾਲੇ ਕੀ ਕਰਦੇ ਸੀਗੇ, ਉਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਦਿੰਦੇ ਸੀ ਜਾਂ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਮੂੰਹ ਬੰਦ ਕਰਦੇ ਸੀ, ਉਹ ਆਪਣੇ ਘਰੇ ਆ ਜਾਂਦੇ ਸੀਗੇ, ਜਿਹਦੇ ਕਰਕੇ ਉਹ ਕਦੇ ਫਿਜ਼ੀਕਲ ਵਰਕਆਊਟ ਤੋਂ ਉੱਤੇ ਹੋਏ ਹੀ ਨਹੀਂ।
ਲੇਕਿਨ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ, ਅਸੀਂ ਇੱਕ ਪੜ੍ਹੇ ਲਿਖੇ ਸਮਾਜ ਦੇ ਨਾਲ ਆਪਾਂ ਰਿਲੇਸ਼ਨ ਰੱਖਦੇ ਹਾਂ। ਮੈਂ ਆਈਟੀ ਤੋਂ ਹਾਂ, ਮੈਨੂੰ ਆਈਟੀ ਦੀ ਜਿਹੜੀ ਨੌਲੇਜ ਹੈਗੀ ਪਿਛਲੇ 20 ਸਾਲ ਤੋਂ ਮੈਂ ਆਈਟੀ ਨੂੰ ਕੰਟਰੋਲ ਕਰਨਾ, ਨਾਲ ਮੇਰੇ ਕੋਲ ਆਥੋਰਾਈਜ਼ਡ ਸਰਵਿਸ ਸੈਂਟਰਸ ਨੇ। ਮੈਨੂੰ ਚੰਗੀ ਤਰੀਕੇ ਨਾਲ ਪਤਾ ਹੈ ਕਿ ਮੈਟ੍ਰਿਕਸ ਹੀ ਹੈ, ਮੈਟ੍ਰਿਕਸ ਦੇ ਅਕੋਰਡਿੰਗ ਆਪਾਂ ਇਸ ਕੰਮ ਨੂੰ ਹੱਲ ਬੜੇ ਈਜ਼ੀਲੀ ਔਰ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਬਸ ਇਹ ਹੁੰਦਾ ਕਿ ਉਹਨੂੰ ਉਹ ਪ੍ਰਾਰੂਪ ਜਾਂ ਉਸ ਜਾਮੇ ਦੇ ਵਿੱਚ ਪਹਿਨਾਉਣਾ ਪੈਂਦਾ ਹੈ। ਇਲਾਕੇ ਦੇ ਲੋਕਾਂ ਦੇ ਕੰਮਾਂ ਨੂੰ ਕਿਸ ਤਰ੍ਹਾਂ ਕਰਵਾਓਗੇ ਜਦ ਕਿ ਸੂਬੇ ਅੰਦਰ ਸਰਕਾਰ ਵਿਰੋਧੀ ਹੈ ਆਮ ਆਦਮੀ ਪਾਰਟੀ ਦੀ? ਇਹ ਬੜਾ ਸਿੰਪਲ ਤਰੀਕਾ ਹੈ ਜੀ। ਦੇਖੋ, ਕਹਿੰਦੇ ਨੇ ਕਿ ਡੰਡੇ ਦੀ ਸਰਕਾਰਾਂ ਡੰਡੇ ਨਾਲ ਕੰਮ ਵੀ ਕਰਦੀਆਂ। ਇਹ ਜਿਹੜਾ ਸਮਾਜ ਦੇ ਵਿੱਚ ਜਿਹੜੇ ਬੰਦੇ ਕੇਵਲ ਮੌਖਿਕ ਕੰਮ ਕਰਨਾ ਜਾਣਦੇ ਨੇ, ਉਹ ਇਸ ਸਰਕਾਰ ਤੋਂ ਕੰਮ ਨਹੀਂ ਕਰਾ ਸਕਦੇ, ਚਾਹੇ ਕੋਈ ਵੀ ਹੋ, ਕਿਉਂਕਿ ਉਹਨਾਂ ਦੇ ਕੋਲ ਮੂੰਹ ਤੋਂ ਫੋਨ ਕੀਤਾ ਕਿ ਭਾਜੀ ਆ ਮੇਰਾ ਕੰਮ ਕਰ ਦਿਓ, ਤੇ ਉਹਨਾਂ ਨੇ ਨਹੀਂ ਕਰਨਾ, ਠੀਕ ਹੈ ਨਾ। ਲੇਕਿਨ ਜਿਹੜੇ ਬੰਦੇ ਨੂੰ, ਸਾਡੇ ਵਰਗੇ ਬੰਦਿਆਂ ਨੂੰ ਲਿਖਿਤ ਲੱਗ ਕੇ ਕੰਮ ਕਰਾਉਣਾ ਆਉਂਦਾ ਹੈ, ਤੁਹਾਨੂੰ ਅੱਜ ਤੋਂ ਚਾਹੇ ਪਹਿਲੇ ਸੀਗੇ ਚਾਹੇ ਬਾਅਦ ਦੇ ਵਿੱਚ ਸੀਗਾ, ਉਹਨਾਂ ਦੇ ਕੰਮ ਪਹਿਲੇ ਵੀ ਹੁੰਦੇ ਸੀਗੇ, ਅੱਜ ਵੀ ਹੁੰਦੇ, ਤਾਂ ਅੱਗੇ ਤੱਕ ਹੁੰਦੇ ਰਹਿਣਗੇ। ਮੇਰੀ ਇਹ ਕਮਿਟਮੈਂਟ ਹੈ। ਮੈਂ ਤੁਹਾਨੂੰ ਇਸ ਚੀਜ਼ ਦੇ ਪ੍ਰੂਫ ਦੇ ਸਕਦਾ ਕਿ ਜਿਸ ਵੇਲੇ ਕੋਈ ਵੀ ਸਮਾਜ ਦਾ ਵਿਅਕਤੀ ਡਾਕੂਮੈਂਟਰੀ ਰਹਿ ਕੇ ਆਪਣੇ ਆਪ ਨੂੰ ਮਜ਼ਬੂਤ ਕਰਕੇ ਔਰ ਐਵੀਡੈਂਸ ਦੇ ਨਾਲ ਕੰਮ ਕਰਦਾ ਹੈ, ਉਹਦਾ 100% ਕੰਮ ਹੁੰਦਾ। ਉਹਨੂੰ ਕਿਤੇ 1 ਰੁਪਇਆ ਰਿਸ਼ਵਤ ਵੀ ਦੇਣ ਦੀ ਲੋੜ ਨਹੀਂ ਹੈ। ਲੇਕਿਨ ਸਾਡਾ ਜਿਹੜਾ ਸਿਸਟਮ ਹੈਗਾ, ਸਿਸਟਮ ਦਾ ਤਾਨਾ ਬਾਨਾ ਕੁਝ ਦਲਾਲਾਂ ਨੇ ਇਸ ਤਰੀਕੇ ਦੇ ਨਾਲ ਉਲਝਾ ਕੇ ਬਣਾਤਾ ਕਿ ਉਹ ਬਿਨਾਂ ਸਿਸਟਮ ਬਿਨਾਂ ਪੈਸੇ ਲਏ ਦੇ ਹੁੰਦਾ ਨਹੀਂ। ਲੇਕਿਨ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਮੈਂ ਕਾਰਪੋਰੇਸ਼ਨ ਤੋਂ ਜਿਹੜੇ ਵੀ ਕੰਮ ਕਰਾਂਦਾ, ਆਪਾਂ ਕਿਸੇ ਨੂੰ 1 ਰੁਪਏ ਦੀ ਕੋਈ ਦਲਾਲੀ ਨਹੀਂ ਦੇਈਦੀ ਹੁੰਦੀ ਹੈ। ਆਪਾਂ ਕਹਿੰਦੇ ਕਿ ਡਾਕੂਮੈਂਟਰੀ ਮਜ਼ਬੂਤ ਕਰੋ, ਆਪਾਂ ਤੁਹਾਡਾ ਕੰਮ ਕਰਾ ਕੇ ਦਿਖਾਵਾਂਗੇ, ਨਾਲ ਉਹ ਕੰਮ ਕਰਾਣੇ ਵੀ ਆਪਾਂ ਸਾਰੇ। ਬਹੁਤ ਬਹੁਤ ਧੰਨਵਾਦ। ਉਮਰ ਜੀ, ਐਜੂਕੇਸ਼ਨ ਦੇ ਨਾਮ ਤੇ ਆਮ ਆਦਮੀ ਪਾਰਟੀ ਨੇ ਚੁਣਾਵ ਲੜੇ ਜਾਂ ਕਈ ਹੋਰ ਮੁੱਦੇ ਸੀ ਜਿਹੜੇ ਲੈ ਕੇ ਆਏ, ਪਰ ਅੱਜ ਜਿਹੜਾ ਐਜੂਕੇਸ਼ਨ ਦਾ ਮੁੱਦਾ ਉਹ ਸੇਮ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ, ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਜਾਰੀ ਹੈ। कि इसके खिलाफ बीजेपी भारतीय जनता पार्टी वालों कोई आवाज़ चक्की जाएगी? बिल्कुल, अगर व्यक्तिगत करा जाए तो राइट टू एजुकेशन एक्ट के लिए बड़ा संघर्ष हमने पंजाब में किया है, और उसके बाद आपने देखा कि प्राइवेट स्कूल का बहुत बड़ा एक मुहिम चला पूरे पंजाब में। आपने तो काफ़ी उसको किया है भी, आप लोगों ने कवर भी किया उन चीज़ों को। और आम आदमी पार्टी ने इसको बिल्कुल बार बार उन्होंने दोहराया कि एजुकेशन सिस्टम में हम बहुत बड़ा चेंज लेके आ रहे हैं। लेकिन अभी एक गोली वाला सिस्टम, जो गोली देने की एक परंपरा सी बनी हुई है, गोलीबाजी जैसी चीज़ें कि कुछ हमने नोटिस निकाल दिया है, आप वहाँ जाओ यहाँ जाओ, ये जनता को बरगलाने का, लटकाने का, अटकाने का, भटकाने का एक षड्यंत्र है इनका। सीधा सीधा काम इन्होंने करना चाहिए था, सीधे सीधे एक्शन लेने चाहिए थे। और दूसरी बात, उन्होंने सरकारी स्कूल के अपग्रेडेशन की बात की थी कि हम जो CBSE के लेवल पे हम प्राइवेट स्कूल को लेके जाएंगे। अभी दिल्ली का भी सारा चिट्ठा सामने आ गया, जो हकीकत है। देखो, अखबारों में या आप टीवी में आकर बड़ी बड़ी बातें करना एक अलग बात है, जो ग्राउंड लेवल पे वर्क होता है वो अलग होता है। तो पंजाब में इंफ्रास्ट्रक्चर सब कुछ पहले से भी काफ़ी कुछ बेहतर है बाकी स्टेट के मुकाबले, लेकिन आप उसको अपग्रेड करने की ज़रूरत है। आप सिर्फ उसमें लिपापोती करके और बोर्ड लगाएंगे, फ्लैक्स लगाएंगे और कहेंगे कि हो जाएगा, तो ये नहीं होगा। यही हाल मोहल्ला क्लिनिक का है। आज जितने सिविल हॉस्पिटल्स थे ऑलरेडी, जो पहले चल रहे थे, काफ़ी अच्छे अच्छे डॉक्टर्स हैं वहाँ पर, उसको एक सिस्टम में लाने की ज़रूरत थी। पिछले 8-10 साल पंजाब में काम नहीं हुआ, लेकिन एक नई सरकार को लोगों ने मौका इसीलिए दिया कि उनकी जो हेल्थ और एजुकेशन था कि इसको अपग्रेड करने की बहुत ज़रूरत है पंजाब में आगे ले जाने की, उसलिए दिया गया। लेकिन मोहल्ला क्लिनिक के नाम पे जिस तरह काम इन्होंने शुरू किया है, वो एक भद्दा मजाक है जनता के साथ। एजुकेशन के नाम पे बहुत शोर शराबा हुआ, ये लूट बंद होगी या ऐसे ही चलती रहेगी, सिर्फ अखबारों में या चैनलों में सिर्फ सुर्खी करेगी? बीजेपी इसके लिए कोई ठोस कदम उठाएगी? संघर्ष कहते हैं, हर जोड़ जुल्म के टक्कर में संघर्ष हमारा नारा है। तो अभी तो हमारे पास जनता ने संघर्ष के लिए हमें मौका दिया है, और हम उससे चूकने वाले नहीं हैं। हमारे पास योद्धा हैं, सुनील जी जैसे, और बहुत सारे युवा साथी हैं जो दिन रात एक कर जनता के बीच जाकर, घर घर जाकर उनकी समस्याओं के लिए संघर्ष कर रहे हैं। तो हमें इस संघर्ष पे पूरी उम्मीद है कि सरकार की ईंट से ईंट बजा देंगे, और जहाँ पर जनता के हक में, चाहे एजुकेशन के लिए, हेल्थ के लिए, और जो बुनियादी हमारी ज़रूरतें हैं उसके लिए, जो आप गंदगी की बात कर रहे थे, जगह जगह कूड़े फैले हुए हैं, लुधियाना की बहुत बड़ी समस्या बूढ़े नाले की समस्या है, उसके लिए हम लोग सामाजिक तौर पे काम कर रहे हैं। लेकिन राजनीतिक तौर पे भी हम इसके लिए एक मुहिम आने वाले समय में हम लोग मिलकर चलाएंगे, और लुधियाना को सिटी नंबर 1 बनाने का संकल्प है। हम लोग मौजूदा सरकार की ओर से जो बिजली के बिल है वो माफ़ कर दिए। ये मेरा सवाल नहीं है, ये लोगों का सवाल है। जो किराएदार लोग जो किराए पे रह रहे हैं, जो मकान मालिक हैं, आज भी उनसे 8 या 10 रुपए यूनिट के हिसाब से बिल ले रहे हैं, जबकि उनका बिल माफ है सरकार द्वारा। तो इसके लिए कोई स्पेशल मुहिम बीजेपी की ओर से चलाई जाएगी? ये पार्टी लेवल पे बात करके हम लोग निश्चित तौर से, क्योंकि कोई भी डिसीजन होता है तो ये जो मुद्दे हैं टेक्निकल हैं, तो निश्चित तौर से हम अपने वरिष्ठ लोगों से बातचीत करके, और ये जेन्युइन हमें भी लग रहा है जो आप बात कर रहे हैं, बिल्कुल जेन्युइन है, क्योंकि ज़्यादा ज़रूरत तो उनको है जो ऑलरेडी किराए पे रह रहे हैं, जिनके पास घर नहीं है, तो कहीं ना कहीं उनको राहत की ज़्यादा ज़रूरत है। और दूसरी तरफ है कि इनको देखना भी होगा, अभी सर्दी इन्होंने कर दिया है, इसको कंटिन्यू कितना कर पाते हैं।
ठीक है ना। अभी उनका 300 वाला कंडीशन भी आ जाएगा, सर्दियों में तो ऐसे बिजली कम चलती है, तो इन्होंने 2-4 महीने दिखाने के लिए करा है। लेकिन अभी पता लगेगा जब बिजली का लोड हो गया, लोगों के घर में पंखे चलेंगे, कूलर चलेगा, बिजली का बिल 300 के बाद इन्होंने फिर फुल लेना है, वहाँ पे पता चलेगा इन्होंने किसको आखिर कुछ दिया भी है या ये सिर्फ झुंझुना है। तो वो चीज़ें भी सामने आने वाली है। वार्ड नंबर 9 के लोगों के लिए कोई मैसेज? यहाँ के लोग आज जिस तरह से भारी संख्या में आए हैं, बहुत शुभकामना और बधाई देते हैं। और हमारे सुनील वर्मा जैसे कार्यकर्ता, जिस पर बहुत हमारे संगठन को बहुत भरोसा है इन पर और इनके कार्य पद्धति को पिछले काफ़ी समय से हम लोग देख रहे हैं, तो हमें लग रहा है कि अब वो दुख के दिन भैया बीते रे बीते, सुख के दिन आयो रे आयो। मैं तो ये कहूँगा कि अब जनता को घबराने की ज़रूरत नहीं है और हम सभी लोग सुनील जी के साथ कंधे से कंधे मिलाकर ये जो 9 नंबर वार्ड की जो भी समस्याएँ हैं, पहल के आधार पर एक एक व्यक्ति की सुनवाई होगी बिना किसी भेदभाव के, चाहे किसी भी पार्टी के लोग हों। हमारे लिए पब्लिक है, सबका साथ, सबका विकास, सबका विश्वास। इस आधार पे, इस मूल मंत्र को लेकर हम लोग काम करेंगे और निश्चित तौर से जनता की हक की आवाज़ हमारे सुनील वर्मा जी इस क्षेत्र में बनेंगे, बाकी कार्यकर्ता भी बनेंगे और हम लोग इनके साथ हैं। इनको एक बार फिर से मैं बहुत शुभकामना और बधाई देता हूँ। धन्यवाद। ਲੁਧਿਆਣਾ ਤੋਂ ਕਮਲ ਕਪੂਰ ਦੇ ਨਾਲ ਜੋਗਿੰਦਰ ਕੰਬੋਜ ਦੀ ਰਿਪੋर्ट।